ਪਿਆਰੇ ਬੱਚਿਓ, ਅਸੀਂ ਕਰ ਰਹੇ ਹਾਂ 8ਵੀਂ ਸ਼੍ਰੇਣੀ ਲਈ ਸਮਾਜਿਕ ਸਿੱਖਿਆ ਵਿਸ਼ੇ ਦਾ 10ਵਾਂ ਪਾਠ, ਜਿਸ ਦਾ ਨਾਮ ਹੈ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਅਸੀਂ ਇਸ ਪਾਠ ਨੂੰ 5 ਭਾਗਾਂ ਵਿੱਚ ਵੰਡਿਆ ਹੈ, ਜਿਸ ਦੇ 3 ਭਾਗ ਅਸੀਂ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਇਸ ਦਾ ਚੌਥਾ ਭਾਗ ਕਰ ਰਹੇ ਹਾਂ, ਜਿਸ ਦਾ ਨਾਮ ਹੈ ਐਂਗਲੋ ਫਰਾਂਸੀਸੀ ਯੁੱਧ। ਸੋ ਆਓ ਸ਼ੁਰੂ ਕਰਦੇ ਹਾਂ ਅਸੀਂ ਅੱਜ ਇਸ ਦਾ ਇਹ ਚੌਥਾ ਭਾਗ। ਪਿਆਰੇ ਬੱਚਿਓ, ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਸਮੇਂ ਦੌਰਾਨ ਵੱਖ-ਵੱਖ ਵਿਦੇਸ਼ੀ ਸ਼ਕਤੀਆਂ ਨੇ ਉਹ ਪਹੁੰਚੀਆਂ। ਸਭ ਤੋਂ ਪਹਿਲਾਂ ਪੁਰਤਗਾਲੀ ਆਏ 1498 ਈਸਵੀ ਦੇ ਵਿੱਚ। ਫਿਰ ਸਾਡੇ ਦੇਸ਼ ਦੇ ਵਿੱਚ ਡੱਚ ਆਏ 1605 ਈਸਵੀ ਦੇ ਵਿੱਚ। ਫਿਰ ਅੰਗਰੇਜ਼ ਆਉਂਦੇ ਹਨ 1608 ਈਸਵੀ ਦੇ ਵਿੱਚ। ਸਭ ਤੋਂ ਅਖੀਰ ਦੇ ਵਿੱਚ ਫਰਾਂਸੀਸੀ ਪਹੁੰਚੇ 1664 ਈਸਵੀ ਦੇ ਵਿੱਚ। 17ਵੀਂ ਸਦੀ ਤੱਕ ਸਾਡੇ ਦੇਸ਼ ਦੇ ਵਿੱਚ ਪੁਰਤਗਾਲੀ ਅਤੇ ਡੱਚ ਸਨ, ਜੋ ਉਹਨਾਂ ਦਾ ਪ੍ਰਭਾਵ ਘਟਦਾ ਗਿਆ ਅਤੇ ਉਹ ਸਾਡਾ ਦੇਸ਼ ਲਗਭਗ ਛੱਡ ਕੇ ਚਲੇ ਗਏ। ਉਹਨਾਂ ਤੋਂ ਬਾਅਦ 2 ਵਿਦੇਸ਼ੀ ਸ਼ਕਤੀਆਂ ਸਾਡੇ ਦੇਸ਼ ਦੇ ਵਿੱਚ ਰਹਿ ਗਈਆਂ, ਇੱਕ ਅੰਗਰੇਜ਼ ਅਤੇ ਦੂਸਰੇ ਫਰਾਂਸੀਸੀ। ਇਹਨਾਂ ਦੋਵਾਂ ਵਿਦੇਸ਼ੀ ਸ਼ਕਤੀਆਂ ਦੇ ਵਿਚਕਾਰ ਵਪਾਰਿਕ ਤੌਰ ਦੇ ਉੱਤੇ ਅਤੇ ਰਾਜਨੀਤਿਕ ਤੌਰ ਦੇ ਉੱਤੇ ਸੰਘਰਸ਼ ਚੱਲਦਾ ਹੈ, ਜਿਸ ਨੂੰ ਅਸੀਂ ਐਂਗਲੋ ਫਰਾਂਸੀਸੀ ਸੰਘਰਸ਼ ਬੋਲਦੇ ਹਾਂ। ਯੂਰਪ ਦੀ ਨਜ਼ਰ ਤੋਂ ਇਹ ਸੰਘਰਸ਼ 1740 ਤੋਂ 1763 ਤੱਕ ਚੱਲਦਾ ਹੈ। ਸੋ ਉਸ ਸਮੇਂ ਦੇ ਦੌਰਾਨ ਯੂਰਪ ਦੇ ਵਿੱਚ ਵੀ ਇਹ ਦੋਵੇਂ ਸ਼ਕਤੀਆਂ ਇੱਕ ਦੂਸਰੇ ਦੇ ਸਾਹਮਣੇ ਹੁੰਦੀਆਂ ਹਨ। ਸਾਡੇ ਦੇਸ਼ ਦੇ ਵਿੱਚ 1746 ਤੋਂ 1763 ਦੇ ਦਰਮਿਆਨ ਇਹ ਦੋਵੇਂ ਸ਼ਕਤੀਆਂ ਦੇ ਵਿਚਕਾਰ ਅਲੱਗ-ਅਲੱਗ ਲੜਾਈਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਕਰਨਾਟਕ ਦੇ 3 ਯੁੱਧ ਦੇ ਨਾਮ ਨਾਲ ਜਾਣਦੇ ਹਾਂ। ਪਰੰਤੂ ਯੂਰਪ ਦੇ ਪੱਖ ਤੋਂ ਇਹ ਸਮਾਂ ਸੀ ਜੋ ਉਹ ਐਂਗਲੋ ਫਰਾਂਸੀਸੀ ਯੁੱਧ ਦਾ ਸਮਾਂ, ਐਂਗਲੋ ਫਰਾਂਸੀਸੀ ਦੁਸ਼ਮਣੀ ਦਾ ਸਮਾਂ ਜਾਂ ਐਂਗਲੋ ਫਰਾਂਸੀਸੀ ਸੰਘਰਸ਼ ਦੇ ਸਮੇਂ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਭਾਰਤ ਦੇ ਦੱਖਣੀ ਹਿੱਸੇ ਦੇ ਉੱਤੇ ਪੂਰਬੀ ਤੱਟ ਦੇ ਪਾਸੇ ਜੋ ਇਹ ਇਲਾਕਾ ਤੁਸੀਂ ਵੇਖ ਰਹੇ ਹੋ, ਇਸ ਨੂੰ ਕਰਨਾਟਕ ਬੋਲਿਆ ਜਾਂਦਾ ਸੀ। ਇਸ ਇਲਾਕੇ ਦੇ ਵਿੱਚ 3 ਲੜਾਈਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਕਰਨਾਟਕ ਦੇ 3 ਯੁੱਧ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਆਓ ਸ਼ੁਰੂ ਕਰਦੇ ਹਾਂ ਇਹਨਾਂ 3 ਲੜਾਈਆਂ ਦਾ ਵੇਰਵਾ। 18ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਭਾਰਤ ਦੇ ਕਿਸ ਤਰ੍ਹਾਂ ਦੇ ਹਾਲਾਤ ਹਨ? ਮੁਗਲ ਸਾਮਰਾਜ ਦਾ ਪ੍ਰਭਾਵ ਹੈ ਜੋ ਉਹ ਘਟਦਾ ਜਾਂਦਾ ਹੈ। ਹੈਦਰਾਬਾਦ ਸੁਤੰਤਰ ਹੋ ਜਾਂਦਾ ਹੈ। ਮਰਾਠੇ ਮਹਾਸ਼ਕਤੀ ਬਣ ਰਹੇ ਹਨ ਅਤੇ ਇਸੇ ਸਮੇਂ ਦੇ ਦੌਰਾਨ ਨਾਦਰ ਸ਼ਾਹ ਦਾ ਇੱਕ ਵੱਡਾ ਹਮਲਾ ਵੀ ਹੁੰਦਾ ਹੈ। ਬਾਬਰ 1526 ਦੇ ਵਿੱਚ ਪਾਨੀਪਤ ਦੀ ਲੜਾਈ ਦੇ ਨਾਲ ਭਾਰਤ ਨੂੰ ਜਿੱਤ ਲੈਂਦਾ ਹੈ ਅਤੇ ਮੁਗਲ ਸਾਮਰਾਜ ਦੀ ਸਥਾਪਨਾ ਕਰਦਾ ਹੈ। ਇੱਕ ਛੋਟੇ ਜਿਹੇ ਸਾਮਰਾਜ ਨੂੰ ਵੱਡਾ ਸਾਮਰਾਜ ਬਣਾਉਂਦਾ ਹੈ ਅਕਬਰ, ਅਤੇ ਉਸ ਨੂੰ ਹੋਰ ਵੱਡਾ ਬਣਾਉਂਦਾ ਹੈ ਔਰੰਗਜ਼ੇਬ, ਜੋ ਆਪਣੇ ਸਾਮਰਾਜ ਦੇ ਵਿੱਚ ਦੱਖਣੀ ਭਾਰਤ ਨੂੰ ਵੀ ਨਾਲ ਜੋੜ ਲੈਂਦਾ ਹੈ, ਸ਼ਾਮਿਲ ਕਰ ਲੈਂਦਾ ਹੈ। ਪਰੰਤੂ 1707 ਤੋਂ ਬਾਅਦ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇਹ ਸਾਮਰਾਜ ਬਹੁਤ ਛੋਟਾ ਅਤੇ ਘਟਦਾ ਜਾਂਦਾ ਹੈ। ਜੋ ਬਾਅਦ ਦੇ ਮੁਗਲ ਸ਼ਾਸਕ ਆਉਂਦੇ ਹਨ, ਬਾਦਸ਼ਾਹ ਆਉਂਦੇ ਹਨ, ਉਹ ਇਹ ਸਮਰੱਥ ਨਹੀਂ ਹੁੰਦੇ ਕਿ ਉਹ ਇੰਨੇ ਵੱਡੇ ਵਿਸ਼ਾਲ ਸਾਮਰਾਜ ਨੂੰ ਸਾਂਭ ਸਕਣ। ਸੋ ਇਹ ਸਾਮਰਾਜ ਦਾ ਪ੍ਰਭਾਵ ਹੈ ਜੋ ਉਹ ਘਟਦਾ ਜਾਂਦਾ ਹੈ। 1724 ਦੇ ਵਿੱਚ ਹੈਦਰਾਬਾਦ ਮੁਗਲ ਸਾਮਰਾਜ ਦੇ ਅਧੀਨ ਨਾ ਰਹਿ ਕੇ ਇੱਕ ਸੁਤੰਤਰ ਰਾਜ ਬਣ ਜਾਂਦਾ ਹੈ। ਮਰਾਠੇ ਮਹਾਸ਼ਕਤੀ ਬਣਦੇ ਜਾਂਦੇ ਹਨ। ਇਸ ਦੇ ਵਾਸਤੇ 1735 ਦੇ ਵਿੱਚ ਉਹ ਮਾਲਵਾ ਅਤੇ ਗੁਜਰਾਤ ਨੂੰ ਜਿੱਤ ਲੈਂਦੇ ਹਨ। 1737 ਦੇ ਵਿੱਚ ਉਹ ਦਿੱਲੀ ਨੂੰ ਜਿੱਤ ਲੈਂਦੇ ਹਨ ਅਤੇ ਉਸ ਤੋਂ ਬਾਅਦ ਵਿੱਚ ਉੱਤਰੀ ਭਾਰਤ ਵਾਲੇ ਪਾਸੇ ਨੂੰ ਉਹ ਵੱਧਦੇ ਜਾਂਦੇ ਹਨ। ਸੋ ਇਹ ਸਮਾਂ ਸੀਗਾ, ਇਹ ਮਰਾਠਿਆਂ ਦੇ ਵਾਸਤੇ ਮਹਾਸ਼ਕਤੀ ਬਣਨ ਦਾ ਸਮਾਂ ਸੀ। ਇਸੇ ਸਮੇਂ ਦੇ ਦੌਰਾਨ ਭਾਰਤ ਦੇ ਉੱਤੇ ਨਾਦਰ ਸ਼ਾਹ ਹਮਲਾ ਕਰਦਾ ਹੈ 1739 ਦੇ ਵਿੱਚ। ਕਿਹਾ ਜਾਂਦਾ ਹੈ ਕਿ ਨਾਦਰ ਸ਼ਾਹ 70 ਕਰੋੜ ਦੀ ਧਨ ਦੌਲਤ, ਹੀਰੇ ਜਵਾਹਰਾਤ ਲੁੱਟ ਕੇ ਆਪਣੇ ਨਾਲ ਲੈ ਜਾਂਦਾ ਹੈ। ਸੋ ਇਹ ਇੱਕ ਬਹੁਤ ਵੱਡਾ ਹਮਲਾ ਹੁੰਦਾ ਹੈ।
ਇਸੇ ਸਮੇਂ ਦੇ ਦੌਰਾਨ ਜੇ ਅਸੀਂ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਹਾਲਾਤ ਵੇਖੀਏ ਤਾਂ 1720 ਤੱਕ ਫਰਾਂਸੀਸੀ ਅਤੇ ਈਸਟ ਇੰਡੀਆ ਕੰਪਨੀ, ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੋਵੇਂ ਨਿਰਪੱਖਤਾ ਦੀ ਨੀਤੀ ਦੇ ਨਾਲ ਚੱਲਦੇ ਹਨ। ਇੱਕ ਦੂਸਰੇ ਦੇ ਕੰਮਕਾਜ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦਿੰਦੇ। ਭਾਰਤ ਦੇ ਵਿੱਚ 1720 ਤੋਂ 1740 ਦੇ ਦਰਮਿਆਨ ਫਰਾਂਸੀਸੀ ਕੰਪਨੀ ਹੈ ਜੋ ਉਸਦੀ ਵਪਾਰਕ ਆਮਦਨ 10 ਗੁਣਾ ਵੱਧ ਜਾਂਦੀ ਹੈ। ਸੋ ਇਹਨਾਂ ਦੋਵਾਂ ਦੇ ਵਿਚਕਾਰ ਵਪਾਰਿਕ ਅਤੇ ਰਾਜਸੀ ਦੁਸ਼ਮਣੀ ਦਾ ਸਮਾਂ ਹੈ ਜੋ ਉਹ ਸ਼ੁਰੂ ਹੁੰਦਾ ਹੈ। ਭਾਰਤ ਦੀ ਰਾਜਨੀਤਿਕ ਅਵਸਥਾ ਹੈ ਜੋ ਉਹ ਵੀ ਇਹਨਾਂ ਦੋਵਾਂ ਨੂੰ ਪ੍ਰੇਰਿਤ ਕਰਦੀ ਹੈ ਉਸ ਦੇ ਵਿੱਚ ਦਖਲਅੰਦਾਜ਼ੀ ਕਰਨ ਦੇ ਲਈ। ਮੁਗਲ, ਉਹਨਾਂ ਦਾ ਪ੍ਰਭਾਵ ਘਟ ਰਿਹਾ ਹੈ। ਹੈਦਰਾਬਾਦ ਮੁਗਲਾਂ ਤੋਂ ਆਜ਼ਾਦ ਹੋ ਰਿਹਾ ਹੈ। ਇਸੇ ਸਮੇਂ ਦੌਰਾਨ ਮਰਾਠੇ ਨੇ ਜੋ ਉਹ ਵੱਖ-ਵੱਖ ਇਲਾਕੇ ਜਿੱਤ ਰਹੇ ਹਨ। ਸੋ ਵਿਦੇਸ਼ੀ ਸ਼ਕਤੀਆਂ ਦਾ ਵੀ ਪ੍ਰਭਾਵ ਵਧ ਰਿਹਾ ਹੈ। ਜੋ ਭਾਰਤ ਦੇ ਵਿੱਚ ਮੁਗਲ ਸਾਮਰਾਜ ਚੱਲ ਰਿਹਾ ਸੀ ਉਸ ਦਾ ਪ੍ਰਭਾਵ ਘਟ ਰਿਹਾ ਹੈ। ਭਾਰਤ ਦੇ ਵਿੱਚ ਅੰਦਰੂਨੀ ਨਵੀਆਂ ਸ਼ਕਤੀਆਂ ਦਾ ਉਭਾਰ ਹੋ ਰਿਹਾ ਹੈ, ਜਿਸ ਦੇ ਵਿੱਚ ਹੈਦਰਾਬਾਦ ਆ ਗਿਆ, ਮਰਾਠੇ ਆ ਗਏ, ਸਿੱਖ ਆ ਗਏ। ਸੋ ਇਸ ਕਰਕੇ ਭਾਰਤ ਦੇ ਅੰਦਰੂਨੀ ਰਾਜਨੀਤਿਕ ਮਾਮਲੇ ਨੇ ਜੋ ਅੰਦਰੂਨੀ ਰਾਜਨੀਤਿਕ ਅਵਸਥਾ ਹੈ ਉਹ ਇਹਨਾਂ ਦੋਵੇਂ ਸ਼ਕਤੀਆਂ ਨੂੰ ਉਸ ਦੇ ਵਿੱਚ ਦਖਲਅੰਦਾਜ਼ੀ ਦੇਣ ਦਾ ਮੌਕਾ ਦਿੰਦੀ ਹੈ। ਇਸੇ ਸਮੇਂ ਦੇ ਦੌਰਾਨ ਯੂਰਪ ਦੇ ਵਿੱਚ ਆਸਟਰੀਆ ਦੇ ਉੱਤਰਾਧਿਕਾਰੀ ਦੀ ਲੜਾਈ ਵੀ ਸ਼ੁਰੂ ਹੁੰਦੀ ਹੈ। ਹੁਣ ਕਰਨਾਟਕ ਨੂੰ ਜਾਣੀਏ ਅਸੀਂ। ਦੱਖਣੀ ਭਾਰਤ ਦੇ ਵਿੱਚ ਪੂਰਬ ਤੱਟ ਵਾਲੇ ਪਾਸੇ ਜੋ ਇਲਾਕਾ ਤੁਹਾਨੂੰ ਦਿਖਾਈ ਦਿੰਦਾ ਹੈ ਇਸ ਨੂੰ ਕਰਨਾਟਕ ਬੋਲਿਆ ਜਾਂਦਾ ਸੀ। ਸੋ ਇੱਥੇ ਇਹਨਾਂ ਤਿੰਨਾਂ ਲੜਾਈਆਂ ਦਾ ਵੇਰਵਾ ਸਾਡੇ ਸਾਹਮਣੇ ਆਉਂਦਾ ਹੈ ਜੋ ਫਰਾਂਸੀਸੀ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੁੰਦੀਆਂ ਹਨ। ਸੋ ਇਹ ਲੜਾਈਆਂ ਨੂੰ ਅਸੀਂ ਵਿਸਥਾਰਪੂਰਵਕ ਪੜ੍ਹਦੇ ਹਾਂ। ਪਹਿਲੀ ਲੜਾਈ 1746 ਤੋਂ 1748 ਦੇ ਦਰਮਿਆਨ ਹੁੰਦੀ ਹੈ। ਆਸਟਰੀਆ ਦੇ ਵਿੱਚ ਉਸ ਸਮੇਂ ਉੱਤਰਾਧਿਕਾਰੀ ਦੀ ਲੜਾਈ ਚੱਲ ਰਹੀ ਹੈ। ਆਸਟਰੀਆ ਯੂਰਪ ਦੇ ਵਿੱਚ ਸਥਿਤ ਹੈ। ਉੱਥੇ 1740 ਦੇ ਵਿੱਚ ਜੋ ਉੱਥੋਂ ਦਾ ਬਾਦਸ਼ਾਹ ਸੀ ਚਾਰਲਸ 6ਵਾਂ, ਉਸ ਦੀ ਮੌਤ ਹੋ ਜਾਂਦੀ ਹੈ। ਉਸ ਦੀਆਂ ਸਿਰਫ 2 ਧੀਆਂ ਸਨ, ਪੁੱਤਰ ਕੋਈ ਨਹੀਂ ਸੀ। ਸੋ ਉੱਤਰਾਧਿਕਾਰੀ ਦੀ ਲੜਾਈ ਸ਼ੁਰੂ ਹੁੰਦੀ ਹੈ, ਜਿਸ ਦੇ ਵਿੱਚ ਵੱਖ-ਵੱਖ ਦੇਸ਼, ਕੌਮਾਂ ਵੱਖ-ਵੱਖ ਉੱਤਰਾਧਿਕਾਰੀ ਦੇ ਪੱਖ ਦੇ ਵਿੱਚ ਆ ਕੇ ਖੜੇ ਹੋ ਜਾਂਦੇ ਨੇ। ਫਰਾਂਸ ਅਤੇ ਅੰਗਰੇਜ਼ ਇੱਕ ਦੂਸਰੇ ਦੇ ਵਿਪੱਖ ਦੇ ਵਿੱਚ ਖੜੇ ਹੋ ਜਾਂਦੇ ਹਨ। ਸੋ ਇਹ ਜੋ ਲੜਾਈ ਹੈ ਇਹ ਚਲਦੀ ਹੈ ਕਿੱਥੇ? ਆਸਟਰੀਆ ਦੇ ਵਿੱਚ। ਯੂਰਪ ਦੇ ਵਿੱਚ ਸਥਿਤ ਇਹ ਜੋ ਸਥਾਨ ਤੁਸੀਂ ਦੇਖ ਰਹੇ ਹੋ ਇਹ ਆਸਟਰੀਆ ਹੈ। ਸੋ ਇੱਥੇ ਬ੍ਰਿਟੇਨ, ਅੰਗਰੇਜ਼ ਇੱਕ ਤਰਫ ਤੇ ਫਰਾਂਸ ਉਹਨਾਂ ਦੇ ਵਿਪੱਖ ਦੇ ਵਿੱਚ ਸਾਹਮਣੇ ਆਉਂਦੇ ਹਨ। ਭਾਰਤ ਦੇ ਵਿੱਚ ਕੋਰੋਮੰਡਲ ਦਾ ਤੱਟ, ਜਿੱਥੇ ਕਰਨਾਟਕ ਸਥਾਨ ਅਸੀਂ ਦੇਖਿਆ ਹੈ, ਉੱਥੇ ਇਹ ਦੋਵੇਂ ਸ਼ਕਤੀਆਂ ਪਹੁੰਚਦੀਆਂ ਹਨ। ਯੁੱਧ ਦੀ ਸ਼ੁਰੂਆਤ ਯੂਰਪ ਤੋਂ ਹੁੰਦੀ ਹੈ, ਪਰ ਸਥਾਨ ਭਾਰਤ ਦਾ ਕੋਰੋਮੰਡਲ ਤੱਟ ਬਣਦਾ ਹੈ। ਯੂਰਪੀਅਨ ਯੁੱਧ ਦੀ ਖਬਰ ਭਾਰਤ ਦੇ ਵਿੱਚ ਪਹੁੰਚਦੀ ਹੈ। ਬ੍ਰਿਟਿਸ਼ ਫੌਜ ਦਾ ਬੇੜਾ 1745 ਦੇ ਵਿੱਚ ਕੋਰੋਮੰਡਲ ਦੇ ਤੱਟ ਦੇ ਉੱਤੇ ਫਰਾਂਸੀਸੀ ਸਮੁੰਦਰੀ ਬੇੜਿਆਂ ਨੂੰ ਕਬਜ਼ੇ ਵਿੱਚ ਕਰਨਾ ਸ਼ੁਰੂ ਕਰ ਦਿੰਦਾ ਹੈ। ਆਰਕੋਟ ਦਾ ਨਵਾਬ ਅਨਵਰਦੀਨ, ਜਿਸ ਦੇ ਅਧੀਨ ਇਹ ਸਾਰਾ ਇਲਾਕਾ ਆਉਂਦਾ ਹੈ, ਉਹ ਇਹ ਸਾਰਾ ਕੁਝ ਵੇਖ ਰਿਹਾ ਹੁੰਦਾ ਹੈ। ਫਰਾਂਸੀਸੀ ਗਵਰਨਰ ਡੂਪਲੇ ਨਵਾਬ ਨੂੰ ਦਖਲਅੰਦਾਜ਼ੀ ਕਰਨ ਦੀ ਬੇਨਤੀ ਕਰਦਾ ਹੈ, ਪਰ ਨਵਾਬ ਨਜ਼ਰਅੰਦਾਜ਼ ਕਰ ਦਿੰਦਾ ਹੈ। ਡੂਪਲੇ 4 ਸਤੰਬਰ 1746 ਨੂੰ ਮਦਰਾਸ ਦੇ ਵਿੱਚ ਅੰਗਰੇਜ਼ਾਂ ਦੇ ਕਿਲੇ ਦੇ ਉੱਤੇ ਕਬਜ਼ਾ ਕਰਕੇ ਉਸ ਨੂੰ ਜਿੱਤ ਲੈਂਦਾ ਹੈ। ਰਾਬਰਟ ਕਲਾਈਵ, ਜੋ ਉਸ ਸਮੇਂ ਇੱਕ ਕਲਰਕ ਸੀ, ਉਸ ਦੇ ਨਾਲ ਹੋਰ ਬਹੁਤ ਸਾਰੇ ਬ੍ਰਿਟਿਸ਼ ਅੰਗਰੇਜ਼ੀ ਲੋਕਾਂ ਨੂੰ ਕੈਦੀ ਬਣਾ ਲੈਂਦਾ ਹੈ। ਫਰਾਂਸ ਦੀਆਂ ਫੌਜਾਂ ਮਦਰਾਸ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਂਦੀਆਂ ਹਨ ਤਾਂ ਨਵਾਬ ਅਨਵਰਦੀਨ, ਜਿਸ ਦੇ ਅਧੀਨ ਇਹ ਸਾਰਾ ਇਲਾਕਾ ਆਉਂਦਾ ਹੈ, ਉਹ ਆਪਣੀ ਇੱਕ ਛੋਟੀ ਜਿਹੀ ਫੌਜ ਨੂੰ ਇਹ ਕਬਜ਼ਾ ਛੁਡਾਉਣ ਵਾਸਤੇ ਭੇਜਦਾ ਹੈ। ਪਰੰਤੂ ਫਰਾਂਸੀਸੀ ਫੌਜੀਆਂ ਤੋਂ ਉਹ ਛੋਟੀ ਜਿਹੀ ਫੌਜ ਦੀ ਟੁਕੜੀ ਹੈ ਜੋ
ਉਹ ਹਾਰ ਜਾਂਦੀ ਹੈ। ਤਾਂ ਨਵਾਬ ਇੱਕ ਵੱਡੀ ਸੈਨਾ, ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ 10,000 ਸੈਨਿਕ ਸਨ, ਦੁਬਾਰਾ ਮਾਲੇਪੁਰ ਦੇ ਸਥਾਨ ਦੇ ਉੱਤੇ ਭੇਜਦਾ ਹੈ, ਜਿੱਥੇ ਇੱਕ ਲੜਾਈ ਹੁੰਦੀ ਹੈ, ਜਿਸ ਦੇ ਵਿੱਚ ਫਰਾਂਸ ਦੇ ਸਿਰਫ 500 ਸੈਨਿਕ ਹੀ ਹੁੰਦੇ ਹਨ। ਨਵਾਬ ਦੇ 10,000 ਸੈਨਿਕ ਭੇਜੇ ਜਾਂਦੇ ਹਨ, ਫਰਾਂਸ ਦੇ ਸਿਰਫ 500 ਸੈਨਿਕ ਹੁੰਦੇ ਹਨ, ਪਰੰਤੂ ਨਵਾਬ ਦੇ 10,000 ਸੈਨਿਕ ਉਹ 500 ਫਰਾਂਸੀਸੀ ਸੈਨਿਕਾਂ ਦੇ ਅੱਗੇ ਵੀ ਟਿਕ ਨਹੀਂ ਪਾਉਂਦੇ ਅਤੇ ਲੜਾਈ ਦੇ ਵਿੱਚ ਹਾਰ ਹੋ ਜਾਂਦੀ ਹੈ ਨਵਾਬ ਦੀ। ਇੱਥੋਂ ਨਵਾਬ ਦੀ ਫੌਜ ਦੀ ਕਮਜ਼ੋਰੀ ਸਾਹਮਣੇ ਆਉਂਦੀ ਹੈ। ਫਰਾਂਸੀਸੀ ਸੈਨਿਕ ਜੋ ਟ੍ਰੇਨਿੰਗ ਮਾਹਰ ਹੁੰਦੇ ਹਨ, ਉਹਨਾਂ ਦੀ ਟ੍ਰੇਨਿੰਗ ਦੀ ਚਰਚਾ ਹੋਣ ਲੱਗ ਜਾਂਦੀ ਹੈ। ਭਾਰਤੀ ਨਵਾਬ ਫਰਾਂਸੀਸੀ ਫੌਜੀਆਂ ਦੀ ਟੁਕੜੀਆਂ ਨੂੰ ਆਪਣੀ ਮਿਲਟਰੀ ਦੇ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੰਦੇ ਹਨ। ਸੋ ਇਤਿਹਾਸ ਦੇ ਪੱਖੋਂ ਇਹ ਲੜਾਈ ਬਹੁਤ ਮਹੱਤਵਪੂਰਨ ਲੜਾਈ ਹੈ। ਇਸ ਦੇ ਵਿੱਚ ਨਵਾਬ ਦੇ 10,000 ਸੈਨਿਕ 500 ਫਰਾਂਸੀਸੀ ਸੈਨਿਕਾਂ ਦੇ ਅੱਗੇ ਟਿਕ ਨਹੀਂ ਪਾਉਂਦੇ। ਸੋ ਫਰਾਂਸੀਸੀਆਂ ਦੀ ਸੈਨਾ ਦੀ ਮੰਗ ਵਧਣ ਲੱਗਦੀ ਹੈ ਭਾਰਤੀ ਜੋ ਲੋਕਲ ਰਾਜੇ ਹਨ ਉਹਨਾਂ ਦੀ ਸੈਨਾ ਦੇ ਵਿੱਚ। ਜਿਉਂ ਹੀ 1748 ਈਸਵੀ ਦੇ ਵਿੱਚ ਯੂਰਪ ਦੇ ਵਿੱਚ ਆਸਟਰੀਆ ਦਾ ਯੁੱਧ ਸਮਾਪਤ ਹੁੰਦਾ ਹੈ, ਤਾਂ ਸਿੱਟੇ ਵਜੋਂ ਭਾਰਤ ਦੇ ਵਿੱਚ ਵੀ ਇਹ ਦੋਵੇਂ ਸ਼ਕਤੀਆਂ ਦੇ ਵਿਚਕਾਰ ਜੋ ਯੁੱਧ ਚੱਲ ਰਹੇ ਹੁੰਦੇ ਹਨ ਉਹ ਖਤਮ ਹੋ ਜਾਂਦੇ ਹਨ। ਕਰਨਾਟਕ ਦਾ ਦੂਜਾ ਯੁੱਧ 1749 ਤੋਂ 1754 ਦੇ ਦਰਮਿਆਨ ਲੜਿਆ ਜਾਂਦਾ ਹੈ। ਇਸ ਯੁੱਧ ਦੇ ਵਿੱਚ ਕਰਨਾਟਕ ਅਤੇ ਹੈਦਰਾਬਾਦ ਦੀ ਰਾਜ ਗੱਦੀ ਪ੍ਰਾਪਤ ਕਰਨ ਦੇ ਲਈ ਲੜਾਈ ਹੁੰਦੀ ਹੈ, ਯੁੱਧ ਹੁੰਦਾ ਹੈ, ਜਿਸ ਦੇ ਵਿੱਚ ਅੰਗਰੇਜ਼ ਅਤੇ ਫਰਾਂਸੀਸੀ ਇੱਕ ਦੂਜੇ ਦੇ ਵਿਰੋਧੀਆਂ ਦੀ ਸਹਾਇਤਾ ਕਰਦੇ ਨੇ। ਹੈਦਰਾਬਾਦ ਦੇ ਵਿੱਚ 1748 ਦੇ ਵਿੱਚ ਨਿਜ਼ਾਮ ਆਸਿਫ ਸ਼ਾਹ ਦੀ ਮੌਤ ਹੋ ਜਾਂਦੀ ਹੈ। ਉਸ ਦਾ ਪੁੱਤਰ ਨਾਸਿਰ ਜੰਗ ਅਤੇ ਉਸ ਦਾ ਦੋਤਾ ਮੁਜ਼ੱਫਰ ਜੰਗ, ਇਹਨਾਂ ਦੋਵਾਂ ਦੇ ਵਿਚਕਾਰ ਰਾਜ ਗੱਦੀ ਪ੍ਰਾਪਤ ਕਰਨ ਦੇ ਲਈ ਯੁੱਧ ਹੁੰਦਾ ਹੈ। ਇਸ ਯੁੱਧ ਦੇ ਵਿੱਚ ਅੰਗਰੇਜ਼ ਨਾਸਿਰ ਜੰਗ ਦੀ ਅਤੇ ਫਰਾਂਸੀਸੀ ਮੁਜ਼ੱਫਰ ਜੰਗ ਦੀ ਸਹਾਇਤਾ ਕਰਦੇ ਹਨ। ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਮੁਜ਼ੱਫਰ ਜੰਗ ਹੈ ਉਸ ਨੂੰ ਨਿਜ਼ਾਮ ਬਣਾ ਦਿੱਤਾ ਜਾਂਦਾ ਹੈ ਫਰਾਂਸੀਸੀਆਂ ਦੀ ਸਹਾਇਤਾ ਦੇ ਨਾਲ। 1751 ਦੇ ਵਿੱਚ ਮੁਜ਼ੱਫਰ ਜੰਗ ਦੀ ਮੌਤ ਹੋ ਜਾਂਦੀ ਹੈ, ਤਾਂ ਫਰਾਂਸੀਸੀ ਸਲਾਬਤ ਜੰਗ ਨੂੰ ਹੈਦਰਾਬਾਦ ਦਾ ਨਵਾਂ ਨਵਾਬ ਬਣਾ ਦਿੰਦੇ ਹਨ। ਇਸੇ ਤਰੀਕੇ ਨਾਲ ਕਰਨਾਟਕ ਦੀ ਜੇ ਗੱਲ ਅਸੀਂ ਕਰੀਏ ਤਾਂ ਉੱਥੇ ਚੰਦਾ ਸਾਹਿਬ ਨੂੰ ਫਰਾਂਸੀਸੀਆਂ ਦੀ ਸਹਾਇਤਾ ਨਾਲ ਅਨਵਰਦੀਨ ਦੀ ਜਗ੍ਹਾ ਕਰਨਾਟਕ ਦਾ ਨਵਾਬ ਬਣਾ ਦਿੱਤਾ ਜਾਂਦਾ ਹੈ। ਫਿਰ ਅੰਗਰੇਜ਼ ਅਧਿਕਾਰੀ ਰਾਬਰਟ ਕਲਾਈਵ ਕਰਨਾਟਕ ਦੀ ਰਾਜਧਾਨੀ ਅਰਕਾਟ ਦੇ ਉੱਤੇ ਹਮਲਾ ਕਰਦੇ ਹਨ, ਤਾਂ ਉਸ ਸਮੇਂ ਚੰਦਾ ਸਾਹਿਬ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਉਸ ਦੀ ਜਗ੍ਹਾ ਮੁਹੰਮਦ ਅਲੀ ਨੂੰ ਕਰਨਾਟਕ ਦਾ ਨਵਾਂ ਨਵਾਬ ਬਣਾ ਦਿੱਤਾ ਜਾਂਦਾ ਹੈ। ਇਸੇ ਦੌਰਾਨ ਜੋ ਡੂਪਲੇ ਹੈ ਫਰਾਂਸੀਸੀ ਗਵਰਨਰ, ਉਸ ਨੂੰ ਫਰਾਂਸ ਦੀ ਸਰਕਾਰ ਹੈ ਉਹ ਵਾਪਿਸ ਬੁਲਾ ਲੈਂਦੀ ਹੈ ਅਤੇ ਉਸ ਦੀ ਜਗ੍ਹਾ ਗੋਡੇਹਿਊ ਨਾਂ ਦਾ ਨਵਾਂ ਗਵਰਨਰ ਭਾਰਤ ਦੇ ਵਿੱਚ ਨਿਯੁਕਤ ਕੀਤਾ ਜਾਂਦਾ ਹੈ। ਸੋ ਇਹ ਸੀ ਕਰਨਾਟਕ ਦਾ ਦੂਸਰਾ ਯੁੱਧ। ਆਓ ਹੁਣ ਜਾਣੀਏ ਅਸੀਂ ਕਰਨਾਟਕ ਦਾ ਤੀਸਰਾ ਯੁੱਧ। ਕਰਨਾਟਕ ਦਾ ਤੀਜਾ ਯੁੱਧ 1756 ਤੋਂ 1763 ਦੇ ਦਰਮਿਆਨ ਭਾਰਤ ਦੇ ਵਿੱਚ ਲੜਿਆ ਜਾਂਦਾ ਹੈ। 1756 ਦੇ ਵਿੱਚ ਹੀ ਯੂਰਪ ਦੇ ਵਿੱਚ ਇੱਕ ਵੱਡੀ ਲੜਾਈ ਸ਼ੁਰੂ ਹੁੰਦੀ ਹੈ, ਜਿਸ ਨੂੰ ਇਤਿਹਾਸ ਵਿੱਚ 7 ਸਾਲ ਯੁੱਧ ਵਜੋਂ ਜਾਣਿਆ ਜਾਂਦਾ ਹੈ। ਇੱਕ ਵਾਰ ਫਿਰ ਇੰਗਲੈਂਡ ਅਤੇ ਫਰਾਂਸ ਇੱਕ ਦੂਸਰੇ ਦੇ ਦੁਸ਼ਮਣ ਦੇ ਤੌਰ ਦੇ ਉੱਤੇ ਇੱਕ ਦੂਸਰੇ ਦੇ ਸਾਹਮਣੇ ਹੋ ਜਾਂਦੇ ਹਨ ਅਤੇ ਇਸ ਲੜਾਈ ਵਿੱਚ ਭਾਗ ਲੈਂਦੇ ਹਨ, ਤੇ ਇਹ ਲੜਾਈ ਯੂਰਪ ਦੇ ਨਾਲ ਨਾਲ ਭਾਰਤ ਦੇ ਵਿੱਚ ਵੀ ਹੁੰਦੀ ਹੈ। ਭਾਰਤ ਦੇ ਵਿੱਚ ਇਸ ਲੜਾਈ ਦੇ ਲਈ ਕਰਨਾਟਕ ਹੀ ਨਹੀਂ ਸਗੋਂ ਬੰਗਾਲ ਵੀ ਸਥਾਨ ਬਣਦਾ ਹੈ। ਅੰਗਰੇਜ਼ਾਂ ਨੇ ਪਲਾਸੀ ਦੀ ਲੜਾਈ ਵਿੱਚ ਸਰਾਜੂ ਦੌਲਾ ਨੂੰ ਹਰਾ ਦਿੰਦੇ ਹਨ, ਤਾਂ ਫਰਾਂਸੀਸੀਆਂ ਦੀ ਬਸਤੀ ਚੰਦਨ ਨਗਰ ਨੂੰ ਵੀ ਉਹ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਹਨ। ਫਰਾਂਸ ਦੀ ਸਰਕਾਰ ਨੇ ਭਾਰਤ ਵਿੱਚੋਂ ਅੰਗਰੇਜ਼ੀ ਸ਼ਕਤੀ ਨੂੰ ਖਤਮ ਕਰਨ ਲਈ 1758 ਦੇ ਵਿੱਚ ਕਾਉਂਟ ਡੀ ਲਾਲੀ ਨਾਂ ਦੇ ਵਿਅਕਤੀ ਨੂੰ ਭਾਰਤ ਦਾ ਗਵਰਨਰ ਬਣਾ ਕੇ ਭੇਜਿਆ ਜਾਂਦਾ ਹੈ। 1760 ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਨਾਲ ਫਰਾਂਸ ਦੀ ਆਰਮੀ ਦੀ
ਜੋ ਕਿ ਕਾਉਂਟ ਡੀ ਲਾਲੀ ਦੀ ਅਗਵਾਈ ਵਿੱਚ ਹੁੰਦੀ ਹੈ, ਉਸ ਦੇ ਨਾਲ ਲੜਾਈ ਹੁੰਦੀ ਹੈ। ਉਸ ਲੜਾਈ ਦੇ ਵਿੱਚ ਪੌਂਡੀਚੇਰੀ, ਮਦਰਾਸ, ਕਾਰੀਕਲ, ਮਾਹੀ ਜੋ ਫਰਾਂਸ ਦੀਆਂ ਬਹੁਤ ਮਹੱਤਵਪੂਰਨ ਬਸਤੀਆਂ ਹੁੰਦੀਆਂ ਹਨ, ਉਹਨਾਂ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ ਹੈ। ਕਾਉਂਟ ਡੀ ਲਾਲੀ ਬੁਰੀ ਤਰ੍ਹਾਂ ਨਾਲ ਅਸਫਲ ਹੁੰਦਾ ਹੈ। 1763 ਦੇ ਵਿੱਚ ਪੈਰਿਸ ਦੇ ਵਿੱਚ ਇੱਕ ਸੰਧੀ ਹੁੰਦੀ ਹੈ। ਇਸ ਸੰਧੀ ਦੇ ਨਾਲ ਜੋ 7 ਸਾਲਾ ਯੁੱਧ ਹੈ ਉਹ ਸਮਾਪਤ ਹੁੰਦਾ ਹੈ। ਪਰੰਤੂ ਇਹ ਸੰਧੀ ਭਾਵੇਂ ਕਿ ਪੈਰਿਸ ਵਿੱਚ ਹੋ ਰਹੀ ਹੈ, ਭਾਰਤ ਦੇ ਵਾਸਤੇ, ਜੋ ਭਾਰਤ ਦੇ ਵਿੱਚ ਫਰਾਂਸੀਸੀ ਬਸਤੀਆਂ ਸਨ, ਉਹਨਾਂ ਦੇ ਵਾਸਤੇ ਹੀ ਅਹਿਮ ਹੁੰਦੀ ਹੈ। ਅੰਗਰੇਜ਼ਾਂ ਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਲਾਭ ਮਿਲਦਾ ਹੈ। ਫਰਾਂਸੀਸੀ ਬਸਤੀਆਂ ਜੋ ਭਾਰਤ ਦੇ ਵਿੱਚ ਸਥਾਪਿਤ ਹੁੰਦੀਆਂ ਹਨ, ਉਹਨਾਂ ਦੇ ਵਿੱਚ ਹੁਣ ਕਿਲ੍ਹਾਬੰਦੀ ਕਰਨ ਦੀ ਮੁਕੰਮਲ ਤੌਰ ਦੇ ਉੱਤੇ ਮਨਾਹੀ ਹੋ ਜਾਂਦੀ ਹੈ ਫਰਾਂਸ ਨੂੰ। ਸੋ ਇਸ ਸੰਧੀ ਦੇ ਦੌਰਾਨ ਚੰਦਨ ਨਗਰ, ਪਾਂਡੀਚੇਰੀ, ਉਹ ਬਸਤੀਆਂ ਫਰਾਂਸੀਸੀਆਂ ਨੂੰ ਵਾਪਸ ਤਾਂ ਮਿਲ ਜਾਂਦੀਆਂ ਨੇ, ਪਰੰਤੂ ਹੁਣ ਕਿਤੇ ਵੀ ਉਹ ਕਿਲ੍ਹਾਬੰਦੀ ਨਹੀਂ ਕਰ ਸਕਦੇ। ਸੋ ਹੁਣ ਉਹ ਭਾਰਤ ਦੇ ਵਿੱਚ ਸਿਰਫ ਵਪਾਰ ਕਰਨ ਆ ਸਕਦੇ ਸਨ। ਹੌਲੀ-ਹੌਲੀ ਫਰਾਂਸੀਸੀਆਂ ਦਾ ਪ੍ਰਭਾਵ ਸਾਡੇ ਦੇਸ਼ ਵਿੱਚੋਂ ਘਟਦਾ ਜਾਂਦਾ ਹੈ ਅਤੇ ਅੰਗਰੇਜ਼ ਹਨ ਜੋ ਉਹ ਸਰਵਉੱਚ ਸ਼ਕਤੀ ਬਣਦੇ ਜਾਂਦੇ ਹਨ। ਸੋ ਇਹ ਸਨ ਕਰਨਾਟਕ ਦੀਆਂ 3 ਲੜਾਈਆਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਤਿੰਨੋਂ ਲੜਾਈਆਂ ਦਾ ਹਾਲ, ਵੇਰਵਾ, ਵਿਵਰਣ ਸਮਝ ਆ ਗਿਆ ਹੋਵੇਗਾ। ਪਿਆਰੇ ਬੱਚੇ, ਹੁਣ ਤੁਸੀਂ ਪਾਠ ਪੁਸਤਕ ਦੇ ਵਿੱਚ ਜੋ ਇਸ ਨਾਲ ਸੰਬੰਧਿਤ ਪ੍ਰਸ਼ਨ ਹਨ ਉਹ ਬੜੀ ਆਸਾਨੀ ਨਾਲ ਤੁਸੀਂ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ। ਸ਼ੁਕਰੀਆ।